ਉਹ ਦਿੱਲੀ ਦਾ ਪੁੱਤ ਹੈ ਕਿ ਪੰਜਾਬ ਦਾ ਪੁੱਤ ਹੈ, ਸਪਸ਼ਟ ਹੋ ਰਿਹਾ ਹੈ। ਸ਼ਬਦ ਇਹਨਾਂ ਨੇ ਚੁੱਕਿਆ ਸੀ ਉਹ ਇਨਕਲਾਬ, ਪਰ ਹੁਣ ਲੋਕਾਂ ਦੀ ਸੋਚ ਵਿੱਚ ਬਿਲਕੁਲ ਸਪਸ਼ਟ ਇਹ ਖਿਆਲ ਆ ਚੁੱਕਾ ਹੈ ਵੀ ਇਹ ਇਨਕਲਾਬ ਜਿਹੜਾ ਵਾ ਅਸਲ ਵਿੱਚ ਪੰਜਾਬ ਨੂੰ ਖਤਮ ਕਰਨ ਵਾਲਾ ਇਨਕਲਾਬ ਹੈ। ਇੱਥੋਂ ਦੇ ਵਸਣ ਵਾਲੇ ਫਿਰ ਜਿਹੜਾ ਇਨਕਲਾਬ ਕੱਢਣਗੇ ਉਹ ਫਿਰ ਇਸ ਯਾਦ ਰੱਖੋ ਵੀ ਜਿਹੜਾ ਸੰਸਦ ਵਿੱਚ ਸਾਡਾ ਮੁੱਖ ਮੰਤਰੀ ਸਾਹਿਬ ਬੈਠਾ ਹੈ ਉਹਨੂੰ ਫਿਰ ਔਖਾ ਹੋ ਜਾਏਗਾ, ਕੱਲ੍ਹ ਨੂੰ ਫਿਰ ਪਿੰਡਾਂ 'ਚ ਵੀ ਨਹੀਂ ਆ ਸਕਦਾ। ਇਸ ਕਰਕੇ ਉਹਨੂੰ ਸਪਸ਼ਟ ਬੇਨਤੀ ਆ ਵੀ ਤੂੰ ਜਿੰਨੀ ਜਲਦੀ ਹੋ ਸਕੇ ਇਹਨਾਂ ਨੌਜਵਾਨਾਂ ਨੂੰ ਰਿਹਾ ਕਰ ਦੇ। ਦੂਸਰੇ ਲੁਕ ਛਿਪ ਕੇ ਜਿਹੜੇ ਨਸ਼ੇ ਵੰਡੇ ਜਾ ਰਹੇ ਆ, ਸਰਕਾਰਾਂ ਹੀ ਵਿਕਾ ਰਹੀਆਂ ਨੇ। ਜਿਹੜਾ ਇਸ ਨਸ਼ਿਆਂ ਨੂੰ ਰੋਕਣ ਵਾਸਤੇ ਆਇਆ ਉਹਨੂੰ ਦੱਬਣ ਵਾਸਤੇ ਇਹਨਾਂ ਨੇ ਇਹ ਸਾਰੀ ਵਿਉਂਤਬੰਦੀ ਬਣਾਈ। ਸਾਰੀਆਂ ਜਥੇਬੰਦੀਆਂ ਨੂੰ ਇੱਕ ਸਪਸ਼ਟ ਰੂਪ 'ਚ ਬੇਨਤੀ ਕਰਦੇ ਆ ਵੀ ਸਾਰੀਆਂ ਇੱਕ ਹੋ ਕੇ ਤੇ ਉਸ ਜਿਨ੍ਹਾਂ ਨੇ ਨੌਜਵਾਨਾਂ ਨੂੰ ਡਿਬਰੂਗੜ੍ਹ ਭੇਜਿਆ, ਜਿਹੜੇ ਮੁੱਖ ਮੰਤਰੀ ਪੰਜਾਬ ਦਾ, ਉਹਦੇ ਤੱਕ ਆਵਾਜ਼ ਪਹੁੰਚਾਓ। ਜੇ ਉਹਦੇ ਤੱਕ ਆਵਾਜ਼ ਪਹੁੰਚਾਓਗੇ ਤੇ ਤੁਹਾਡੀ ਫੇਰ ਹੀ ਪੰਜਾਬ ਦੇ ਵਿੱਚ ਕਦਰ ਜਿਹੜੀ ਮੰਨੀ ਜਾਏਗੀ। ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਮੰਗਾਂ ਇੱਕੋ ਜਗ੍ਹਾ ਰੱਖੋ, ਇੱਕੋ ਜਗ੍ਹਾ ਮੋਰਚਾ ਲਾਓ। ਆਪਣੇ ਆਪ ਉੱਥੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਸੱਦੋ, ਉਹਨੂੰ ਬੁਲਾਓ ਵੀ ਆਣ ਕੇ ਬੈਠ ਕੇ ਸਾਡੇ ਨਾਲ ਚਰਚਾ ਕਰ। ਜੇ ਮੁੱਖ ਮੰਤਰੀ ਨਹੀਂ ਆਉਂਦਾ ਤੇ ਉੱਥੇ ਉਹ ਜਿਹੜਾ ਯਾਦ ਰੱਖੋ ਉਹਦਾ ਦਫ਼ਤਰ ਹੈ ਜਿੱਥੇ ਮੁੱਖ ਮੰਤਰੀ ਬੈਠਦਾ ਹੈ, ਉੱਥੋਂ ਦਾ ਘਰਾਓ ਕੀਤਾ ਜਾਏ ਤੇ ਉੱਥੇ ਜਾ ਕੇ ਜਿਹੜੀ ਆ ਇਹ ਆਵਾਜ਼ ਨੂੰ ਜਿਹੜਾ ਪਹੁੰਚਾਇਆ ਜਾਏ। ਇਹ ਮੋਰਚਾ ਚੱਲ ਰਿਹਾ ਹੈ, ਇਸ ਤਰ੍ਹਾਂ ਸਫਲ ਨਹੀਂ ਹੋਣੀ ਜਿੰਨੀ ਦੇਰ ਤੱਕ ਅਸੀਂ ਇਕਜੁੱਟ ਨਹੀਂ ਹੁੰਦੇ। ਇਹ ਸੁਨੇਹਾ ਹੈ ਜਿਹੜੇ ਵੀ ਨੌਜਵਾਨ ਵੀਰ ਸੱਜਣ, ਚਾਹੇ ਉਹ ਜੰਮੂ ਕਸ਼ਮੀਰ ਦੀ ਧਰਤੀ ਵਾਲੇ ਵੇਖ ਰਹੇ ਆ, ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜ਼ਰੂਰ ਵੱਧ ਤੋਂ ਵੱਧ ਹਮਲਾ ਮਾਰੀਏ, ਇਕਜੁੱਟ ਹੋਈਏ, ਪੰਥ ਕੌਮ ਦੀ ਗੱਲ ਜਿਹੜਾ ਵਾ ਉਹਨੂੰ ਲੈ ਕੇ ਆਪਾਂ ਤੁਰੀਏ। ਵਾਰਸ ਪੰਜਾਬ ਦੇ ਜਥੇਬੰਦੀ ਦੇ तमाम ਸਾਰੇ ਨੌਜਵਾਨਾਂ ਦੀ ਹਮਾਇਤ ਦੇ ਵਿੱਚ ਅਤੇ ਲੱਗੇ ਹੋਏ ਮੋਰਚੇ ਦੇ ਦਰਮਿਆਨ ਭੁੱਖ ਹੜਤਾਲ ਦੇ ਉੱਪਰ ਪੀੜਤ ਪਰਿਵਾਰ ਨੌਜਵਾਨਾਂ ਦੇ ਸਮੇਤ ਬੈਠੇ ਹੋਏ ਨੇ ਤੇ ਇਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਕਹਿ ਸਕਦੇ ਆ ਹਾਜ਼ਰੀ ਭਰਨ ਵਾਸਤੇ ਆ ਰਹੇ ਨੇ ਤੇ ਇਸੇ ਨੂੰ ਲੈ ਕੇ ਸਾਡੇ ਨਾਲ ਉਹ ਨੌਜਵਾਨ ਨੇ ਜਿਹੜੇ ਸਟੇਜਾਂ ਤੋਂ ਤਕਰੀਰਾਂ ਵੀ ਕਰਦੇ ਨੇ ਔਰ ਉਹਨਾਂ ਦੇ ਵੱਲੋਂ तमाम ਸਾਰੇ ਜਿਹੜੇ ਆਪਣੇ ਵੱਲੋਂ ਸੁਝਾਅ ਵੀ ਰੱਖੇ ਗਏ ਨੇ। ਇਸੇ ਮੋਰਚੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕਰਾਂਗੇ। ਨੌਜਵਾਨ ਵੀਰ ਸਾਡੇ ਨਾਲ ਨੇ ਬਾਈ ਗੁਰਪ੍ਰੀਤ ਸਿੰਘ। ਬਾਈ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਕਿਵੇਂ ਦੇਖਦੇ ਹੋ ਜੀ ਅੱਜ ਇਹ ਸਥਿਤੀ ਬਣੀ ਹੈ, ਮੋਰਚਾ ਲਾਉਣ ਦੀ ਜ਼ਰੂਰਤ ਪਈ ਹੈ, ਪਰਿਵਾਰ ਨੌਜਵਾਨ ਜੇਲ੍ਹਾਂ ਦੇ ਵਿੱਚ ਭੁੱਖ ਹੜਤਾਲ ਤੇ ਨੇ, ਕਿਵੇਂ ਦੇਖਦੇ ਹੋ ਸਮੁੱਚੀ ਸਥਿਤੀ ਨੂੰ? ਸਥਿਤੀ ਤੇ ਜਿਹੜੀ ਆ ਉਹ ਬਹੁਤ ਗੰਭੀਰ ਹੈ। ਜਿਹੜੀ ਸਾਡੀ ਯਾਦ ਰੱਖੋ ਮੁੱਖ ਮੰਤਰੀ ਆ ਪੰਜਾਬ ਦੇ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਉਹਨਾਂ ਨੇ ਵੱਡੇ ਵੱਡੇ ਬੋਰਡ ਕਰਕੇ ਲਾਇਆ ਵੀ ਮੈਂ ਪੰਜਾਬ ਦਾ ਪੁੱਤ ਹਾਂ, ਪਰ ਪੰਜਾਬ ਦਾ ਪੁੱਤ ਇੱਦਾਂ ਨਹੀਂ ਬਣਿਆ ਜਾਂਦਾ। ਪੰਜਾਬ ਦਾ ਪੁੱਤ ਜਿਹੜੇ ਪੰਜਾਬ ਦੇ ਪੁੱਤ ਆ ਉਹ ਪੰਜਾਬ ਦੀ ਗੱਲ ਕਰਦੇ ਆ, ਉਹ ਪੰਥ ਦੀ ਗੱਲ ਕਰਦੇ ਆ, ਤੇ ਜਿਹੜੇ ਪੰਥ ਦੀ ਗੱਲ, ਪੰਜਾਬ ਦੀ ਗੱਲ ਕਰਨ ਵਾਸਤੇ, ਨਸ਼ਿਆਂ ਤੋਂ ਬਾਹਰ ਕੱਢਣ ਵਾਸਤੇ ਆਏ ਆ, ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਸੁੱਟ ਦਿੱਤਾ। ਤੇ ਇੱਥੋਂ ਪਤਾ ਲੱਗਦਾ ਹੈ ਵੀ ਜਿਹੜੀ ਹਕੂਮਤ ਹੈ ਜਾਂ ਹੁਕਮਰਾਨ ਹੈ ਸਮੇਂ ਦਾ, ਉਹ ਕਿਹਦਾ ਪੁੱਤ ਹੈ। ਸਪਸ਼ਟ ਹੈ ਵੀ ਉਹ ਜਿਹਦਾ ਪੁੱਤ ਹੈ ਉਹ ਦਿੱਲੀ ਦਾ ਪੁੱਤ ਹੈ ਕਿ ਪੰਜਾਬ ਦਾ ਪੁੱਤ ਹੈ, ਸਪਸ਼ਟ ਹੋ ਰਿਹਾ ਹੈ। ਪਰ ਵੱਡੇ ਵੱਡੇ ਬੋਰਡ ਲਾਉਣ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਜਿਹੜੀ ਸੋਚ ਸੀ ਪਹਿਲਾਂ, ਤੇ ਇਸ ਸਮੁੱਚੇ ਵਰਤਾਰੇ ਨੂੰ ਵੇਖ ਕੇ ਜਿਹੜੀ ਉਸ ਮੁੱਖ ਮੰਤਰੀ ਦੇ ਬਰਖਲਾਫ ਜਿਹੜੀ ਹੋਈ ਹੈ, ਤੇ ਅੱਜ ਉਹ ਵੱਡੇ ਵੱਡੇ ਬੋਰਡ ਲਾ ਕੇ ਆਪਣੇ ਆਪ ਨੂੰ ਜਿਹੜਾ ਸਪਸ਼ਟ ਕਰ ਰਿਹਾ ਵੀ ਸ਼ਾਇਦ ਪੰਜਾਬ ਦੇ ਪੁੱਤ ਬੋਰਡ ਲਾ ਕੇ ਬਣ ਜਾਵਾਂਗੇ। ਪਰ ਜਿਸ ਤਰੀਕੇ ਨਾਲ ਇਹ 92 MLA ਜਿਹੜੇ ਬਣਾ ਕੇ ਸੰਸਦ 'ਚ ਭੇਜੇ, ਜਿਸ ਤਰੀਕੇ ਦੇ ਨਾਲ ਲੋਕਾਂ ਨੇ ਉਤਸ਼ਾਹ ਦਿੱਤਾ, ਜਿਹੜਾ ਸ਼ਬਦ ਇਹਨਾਂ ਨੇ ਚੁੱਕਿਆ ਸੀ ਉਹ ਇਨਕਲਾਬ, ਪਰ ਹੁਣ ਲੋਕਾਂ ਦੀ ਸੋਚ ਵਿੱਚ ਬਿਲਕੁਲ ਸਪਸ਼ਟ ਇਹ ਖਿਆਲ ਆ ਚੁੱਕਾ ਹੈ ਵੀ ਇਹ ਇਨਕਲਾਬ ਜਿਹੜਾ ਵਾ ਅਸਲ ਵਿੱਚ ਪੰਜਾਬ ਨੂੰ ਖਤਮ ਕਰਨ ਵਾਲਾ ਇਨਕਲਾਬ ਹੈ। ਇਹੋ ਜਿਹੇ ਇਨਕਲਾਬ ਨੂੰ ਇੱਥੋਂ ਦੇ ਵਸਣ ਵਾਲੇ ਫਿਰ ਜਿਹੜਾ ਇਨਕਲਾਬ ਕੱਢਣਗੇ ਉਹ ਫਿਰ ਇਸ ਯਾਦ ਰੱਖੋ ਵੀ ਜਿਹੜਾ ਸੰਸਦ ਵਿੱਚ ਸਾਡਾ ਮੁੱਖ ਮੰਤਰੀ ਸਾਹਿਬ ਬੈਠਾ ਹੈ ਉਹਨੂੰ ਫਿਰ ਔਖਾ ਹੋ ਜਾਏਗਾ, ਕੱਲ੍ਹ ਨੂੰ ਫਿਰ ਪਿੰਡਾਂ 'ਚ ਵੀ ਨਹੀਂ ਆ ਸਕਦਾ। ਇਸ ਕਰਕੇ ਉਹਨੂੰ ਸਪਸ਼ਟ ਬੇਨਤੀ ਆ ਵੀ ਤੂੰ ਜਿੰਨੀ ਜਲਦੀ ਹੋ ਸਕੇ ਇਹਨਾਂ ਨੌਜਵਾਨਾਂ ਨੂੰ ਰਿਹਾ ਕਰ ਦੇ। ਪਰਿਵਾਰ ਵੀ ਭੁੱਖ ਹੜਤਾਲ 'ਤੇ ਬੈਠਾ ਹੈ, ਉਹ ਨੌਜਵਾਨ ਸਿੰਘ ਸੂਰਮੇ ਉਹ ਵੀ ਭੁੱਖ ਹੜਤਾਲ 'ਤੇ ਬੈਠੇ ਆ। ਤੇ ਇਹ ਨਾ ਹੋਵੇ ਵੀ ਕੱਲ੍ਹ ਨੂੰ ਵੀ ਇੱਥੇ ਮਾਹੌਲ ਜਿਹੜਾ ਇੱਥੇ ਵਿਗੜੇ ਜਾਂ ਸਥਿਤੀ ਜਿਹੜੀ ਸੰਭਾਲੀ ਨਾ ਜਾਏ ਤੇ ਬਾਅਦ ਤੁਸੀਂ ਦੋਸ਼ ਦਿਓ ਜੀ ਇਹ ਜਿਹੜੀ ਕੌਮ ਹੈ ਇਹਨੂੰ ਜਰਾਇਮ ਪੇਸ਼ਾ ਕੌਮ ਕਹਿੰਦੇ ਫਿਰੋ। ਇਹ ਤੁਸੀਂ ਵੀ ਨੌਜਵਾਨ ਹੋ ਤਾਂ तमाम ਸਾਰੇ ਨੌਜਵਾਨਾਂ ਦੇ ਨਾਲ ਵਾਰਤਾਲਾਪ ਵੀ ਹੋਇਆ ਹੋਵੇਗਾ, ਕਿਤੇ ਨਾ ਕਿਤੇ ਇਸ ਗੱਲ ਦੇ ਸ਼ੰਕੇ ਵੀ ਜ਼ਾਹਰ ਕੀਤੇ ਜਾ ਰਹੇ ਕਿ ਨੌਜਵਾਨਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਬਿਲਕੁਲ 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 ਸਥਿਤੀ ਜਿਹੜੀ ਆ ਬੜੀ ਗੰਭੀਰ ਹੈ। ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ, ਭਾਈ ਅੰਮ੍ਰਿਤਪਾਲ ਸਿੰਘ ਜਦੋਂ ਪੰਜਾਬ ਦੀ ਧਰਤੀ 'ਤੇ ਆਏ, ਹੋ ਸਕਦਾ ਸਾਡੇ ਵਿਚਾਰਾਂ ਦੇ ਵਿੱਚ ਕਈ ਵਖਰੇਵੇਂ ਹੋਣ, ਬਿਲਕੁਲ ਸਪਸ਼ਟ ਗੱਲ ਹੈ, ਕਿਉਂਕਿ ਹਰ ਮਨੁੱਖ ਦੇ ਆਪਣੇ ਜਿਹੜੇ ਵਿਚਾਰ ਹੁੰਦੇ ਨੇ। ਕਈ ਵਿਚਾਰਾਂ 'ਚ ਹੋ ਸਕਦਾ ਸਾਡੇ ਆਪਸੀ ਵਿਚਾਰਾਂ ਦੇ ਵਿੱਚ ਜਿਹੜਾ ਵਾ ਵਖਰੇਵਾਂ ਹੋਵੇ, ਪਰ ਜਿਹੜੀ ਗੱਲ ਲੈ ਕੇ ਉਹ ਤੁਰੇ ਸੀ ਵੀ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਣਾ, ਨਸ਼ਿਆਂ ਦੇ ਵਿੱਚੋਂ
ਇੱਕ ਤੇ ਜ਼ਾਹਰ ਹੀ ਆ ਨਾ ਵੀ ਸਾਡੇ ਸਾਹਮਣੇ ਵੱਡੇ ਵੱਡੇ ਠੇਕੇ ਖੋਲ੍ਹੇ ਆ, ਸਰਕਾਰ ਨੂੰ ਫਾਇਦਾ ਹੋ ਰਿਹਾ ਹੈ, ਸਰਕਾਰ ਨੂੰ ਠੇਕਿਆਂ ਤੋਂ ਸ਼ਰਾਬ ਤੋਂ ਫਾਇਦਾ ਹੋ ਰਿਹਾ ਹੈ, ਤਦ ਕਰਕੇ ਕਹਿੰਦੇ ਜੀ ਅਸੀਂ ਬੰਦ ਨਹੀਂ ਕਰ ਸਕਦੇ। ਇਹ ਨਸ਼ੇ ਦਾ ਇੱਕ ਵੇਖੋ ਸਪਸ਼ਟ ਹੈ ਵੀ ਜਿਹੜੀ ਸ਼ਰਾਬ ਵਾਲਾ ਵਾ ਉਹ ਤੇ ਸਾਹਮਣੇ ਹੀ ਜਿਹੜਾ ਉਜਾਗਰ ਹੈ, ਤੇ ਜਿਹੜੇ ਦੂਸਰੇ ਲੁਕ ਛਿਪ ਕੇ ਜਿਹੜੇ ਨਸ਼ੇ ਵੰਡੇ ਜਾ ਰਹੇ ਆ ਸਰਕਾਰਾਂ ਹੀ ਵਿਕਾ ਰਹੀਆਂ ਨੇ, ਤੇ ਉਸ ਦੀ ਆਵਾਜ਼ ਜਿਹੜੀ ਆ ਉਹਨੂੰ ਦੱਬਣ ਵਾਸਤੇ, ਜਿਹੜਾ ਇਸ ਨਸ਼ਿਆਂ ਨੂੰ ਰੋਕਣ ਵਾਸਤੇ ਆਇਆ ਉਹਨੂੰ ਦੱਬਣ ਵਾਸਤੇ ਇਹਨਾਂ ਨੇ ਇਹ ਸਾਰੀ ਵਿਉਂਤਬੰਦੀ ਬਣਾਈ ਤੇ ਉਹਨਾਂ ਗੁਰੂ ਕੇ ਲਾਡਲਿਆਂ ਨੂੰ ਜਿਹੜਾ ਵਾ ਉੱਥੇ ਭੇਜਿਆ। ਤੇ ਮੈਂ ਇੱਕ ਗੱਲ ਜਿਹੜੀ ਸਾਂਝੀ ਕਰਨੀ ਚਾਹੁੰਦਾ ਵੀ ਜਿਹੜੀ ਤੁਸੀਂ ਗੱਲ ਕਹੀ ਨੌਜਵਾਨ ਯਾਦ ਰੱਖੋ ਬਿਲਕੁਲ ਇਸ ਸਿਸਟਮ ਦੇ ਵਿੱਚ ਬਿਲਕੁਲ ਉਸ ਸਿਧਾਂਤ ਨੂੰ, ਉਸ ਵਿਚਾਰ ਨੂੰ ਸਮਝ ਰਹੇ ਆ, ਜੋ ਕੁਝ ਵਰਤ ਰਿਹਾ ਉਹਨੂੰ ਸਮਝ ਰਹੇ, ਉਹਨੂੰ ਜਾਣ ਰਹੇ ਆ, ਉਹਨੂੰ ਸਮਝ ਰਹੇ ਆ। ਸਾਨੂੰ ਇਹ ਗੱਲ ਬਿਲਕੁਲ ਪੱਕੇ ਤੌਰ ਤੇ ਜਾਣ ਲੈਣੀ, ਸਮਝ ਲੈਣੀ ਚਾਹੀਦੀ ਆ ਵੀ ਤੁਸੀਂ ਨੌਜਵਾਨ ਦੇ ਜਜ਼ਬਾਤਾਂ ਨੂੰ ਨਾਲ ਨਾ ਖੇਡੋ। ਇਹ ਨੌਜਵਾਨ ਦੇ ਜਜ਼ਬਾਤਾਂ ਨਾਲ ਖੇਡ ਰਹੇ ਆ ਤੇ ਜਿਹਦੇ ਕਰਕੇ ਅੱਜ ਇਹ ਸਾਰੀ ਸਥਿਤੀ ਜਿਹੜੀ ਆ, ਸਾਰੇ ਹਾਲਾਤ ਜਿਹੜੇ ਬਣੇ ਆ। ਇਸ ਕਰਕੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਨਵਾਂ ਰਾਹ ਦਿਓ ਜੇ ਤੁਸੀਂ ਚਾਹੁੰਦੇ ਜੇ ਕਿ ਉਹ ਆਪਣੇ ਸਹੀ ਰੂਪ ਵਿੱਚ ਇਸ ਜਿਹੜਾ ਵਾ ਸਥਿਤੀ ਵਿੱਚ ਵਿਚਰਨ, ਉਹ ਪੜ੍ਹਾਈ ਵਾਲੇ ਪਾਸੇ ਛੱਡ ਕੇ ਤੇ ਫਿਰ ਉਹਨਾਂ ਨੂੰ ਉਹ ਨਾ ਕੰਮ ਕਰਨਾ ਪਵੇ ਜਿਹੜਾ ਕੰਮ 1984 ਦੇ ਵਿੱਚ ਹੋਇਆ। ਤੁਸੀਂ ਵੇਖੋ ਪੜ੍ਹਦੇ ਹੋਏ ਨੌਜਵਾਨ ਸਿੱਖ ਸੰਘਰਸ਼ 'ਚ ਕੁੱਦੇ, ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੌਜਵਾਨ ਕਾਹਦੀ ਗੱਲੋਂ ਕੁੱਦੇ? ਇਸੇ ਕਰਕੇ ਕੁੱਦੇ ਕਿ ਜਦੋਂ ਉਹਨਾਂ ਨੇ ਵੇਖਿਆ ਵੀ ਸਾਡੀ ਤੇ ਕੌਮ ਜਿਹੜੀ ਆ ਉਹਨੂੰ ਇਹ ਨਸਲੋਂ ਨਬੂਦ ਕਰਨ ਦੇ ਚੱਕਰਾਂ ਦੇ ਵਿੱਚ ਆ, ਘੱਟ ਗਿਣਤੀ ਕੌਮਾਂ ਤੇ ਆਦਤ ਤਸ਼ੱਦਦ ਹੋ ਰਿਹਾ। ਤੁਸੀਂ ਅੱਜ ਪਰਿਵਾਰ ਦੇ ਨਾਲ ਵੀ ਮਿਲੇ ਹੋ, ਇੱਥੇ ਬੈਠੇ ਵੀ ਹੋ, ਸਮਾਂ ਗੁਜ਼ਾਰਿਆ ਤਾਂ ਵਿਚਰਦੇ ਹੋ, ਆਖਰ ਕੀ ਲੱਗਦਾ ਕਿ ਪਰਿਵਾਰ ਦੇ ਵੱਲੋਂ ਤਕਰੀਬਨ 9-10 ਦਿਨ ਦਾ ਤਕਰੀਬਨ ਜਿਹੜਾ ਸਮਾਂ ਭੁੱਖ ਹੜਤਾਲ ਦੇ ਉੱਪਰ ਬੈਠਿਆਂ ਨੂੰ ਹੋ ਚੱਲਿਆ, ਸਰਕਾਰ ਦੇ ਅਜੇ ਤੱਕ ਕਿਸੇ ਵੀ ਨੁਮਾਇੰਦੇ ਨਾਲ, ਪ੍ਰਸ਼ਾਸਨ ਦੇ ਕਿਸੇ ਮੁੱਖ ਅਧਿਕਾਰੀ ਦੇ ਨਾਲ ਇਸ ਮਸਲੇ ਦੀ ਬਾਬਤ ਗੱਲਬਾਤ ਨਹੀਂ ਹੋ ਸਕੀ, ਤੇ ਕੀ ਲੱਗਦਾ ਸਰਕਾਰ ਦੇ ਕੰਨ ਦੇ ਉੱਪਰ ਜੂੰ ਸਰਕਦੀ ਨਜ਼ਰ ਕਿਉਂ ਨਹੀਂ ਆ ਰਹੀ? ਦੇਖੋ ਸਰਕਾਰ ਜਿਹੜੀ ਹੈ ਉਹ ਵੀਰਿਆ ਗੱਲ ਪਤਾ ਕੀ ਆ ਵੀ ਏਜੰਸੀਆਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ, ਪਰ ਇਹ ਵੱਖਰੀ ਗੱਲ ਹੈ ਕਿ ਸਿੱਧੇ ਰੂਪ 'ਚ ਸਰਕਾਰ ਅਜੇ ਤੱਕ ਨੁਮਾਇੰਦੇ ਨਹੀਂ ਭੇਜ ਰਹੀ। ਸਰਕਾਰ ਕਦੋਂ ਯਾਦ ਰੱਖੋ ਸਿਸਟਮ ਵਿੱਚ ਆਉਂਦੀ ਹੈ, ਉਦੋਂ ਹਰਕਤ ਵਿੱਚ ਆਉਂਦੀ ਹੈ ਜਦੋਂ ਕੋਈ ਸੰਘਰਸ਼ ਦੇ ਵਿੱਚ ਵੱਡੀ ਗੱਲਬਾਤ ਹੋ ਜਾਏ, ਵੱਡਾ ਸੰਘਰਸ਼ ਦੇ ਵਿੱਚ ਜਿਹੜਾ ਵਾ ਕੋਈ ਜਿਹੜੀ ਵਿਚਾਰ ਜਿਹੜੀ ਬਣ ਜਾਏ। ਪਰਿਵਾਰ ਭੁੱਖ ਹੜਤਾਲ 'ਤੇ ਬੈਠਾ ਹੈ, ਪਰਿਵਾਰ ਦੇ ਨਾਲ ਸਾਰੇ ਹੀ ਜਥੇਬੰਦੀਆਂ ਨੇ, ਸਾਰੇ ਹੀ ਪੰਥ ਜਿਹੜਾ ਵਾ ਨਾਲ ਖੜਿਆ ਹੈ, ਕਿਉਂਕਿ ਪੰਥ ਦੀ ਗੱਲ ਕਰਨ ਵਾਲਿਆਂ ਦੇ ਪਰਿਵਾਰਾਂ ਨਾਲ ਵੀ ਪੰਥ ਨੇ ਖੜਨਾ ਹੈ। ਇਸ ਕਰਕੇ ਜਿਹੜੀ ਹਕੂਮਤ ਹੈ, ਹੁਕਮਰਾਨ ਹੈ ਜਿਹੜਾ, ਉਹਨੂੰ ਸਮਝ ਲੈਣਾ ਚਾਹੀਦਾ ਕਿ ਜਿੰਨੀ ਜਲਦੀ ਹੋ ਸਕੇ ਇਸ ਸਥਿਤੀ ਨੂੰ ਸਮਝੇ ਤੇ ਆਪਣਾ ਜਿਹੜਾ ਵਾ ਫਰਜ਼ ਜਿਹੜਾ ਵਾ ਉਹਨੂੰ ਨਿਭਾਵੇ, ਨੌਜਵਾਨਾਂ ਨੂੰ ਬਾਹਰ ਕੱਢੇ ਤੇ ਉਹਨਾਂ ਨੂੰ ਜਿਸ ਤਰ੍ਹਾਂ ਉਹ ਖਾਲਸਾ ਵੀਰ ਚਲਾ ਰਹੇ, ਅੰਮ੍ਰਿਤ ਸੰਚਾਰ ਦੇ ਰਾਹਾਂ ਤੇ ਪੈ ਰਹੇ, ਬਾਕੀ ਜਥੇਬੰਦੀਆਂ ਜਿਵੇਂ ਅੰਮ੍ਰਿਤ ਸੰਚਾਰ ਕਰਾ ਰਹੀਆਂ ਨੇ, ਬਾਕੀ ਨੌਜਵਾਨ ਜਿਵੇਂ ਚੱਲੇ ਨੇ, ਉਸੇ ਤਰ੍ਹਾਂ ਜਿਵੇਂ ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਚੱਲੇ ਸੀ, ਤੇ ਫਿਰ ਡਰ ਕਾਹਦਾ, ਇੰਨੀ ਘਬਰਾਹਟ ਕਾਹਦੀ ਉਹਨਾਂ ਤੋਂ? ਮੁਹਿੰਮ ਨੂੰ ਮਜ਼ਬੂਤ ਕਰਨ ਵਾਸਤੇ ਕੀ ਲੱਗਦਾ ਕਿ ਤੁਹਾਡੇ ਮੁਤਾਬਕ ਕਿਹੜੀਆਂ ਹੋਰ ਤਮਾਮ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਜ਼ਰ ਆਉਂਦੀ? ਮੈਂ ਤੇ ਇਹ ਸਪਸ਼ਟ ਕਹਿਣਾ ਚਾਹੁੰਦਾ ਵੀ ਵੱਡੀਆਂ ਜਥੇਬੰਦੀਆਂ ਜਿਹੜੀਆਂ ਸਾਡੀਆਂ ਨੇ, ਸਮੁੱਚੀਆਂ ਜਥੇਬੰਦੀਆਂ, ਕਿਸੇ ਜਥੇਬੰਦੀ ਦਾ ਅਸੀਂ ਨਾਂ ਨਹੀਂ ਲੈਂਦੇ, ਸਾਰੀਆਂ ਜਥੇਬੰਦੀਆਂ ਨੂੰ ਇੱਕ ਸਪਸ਼ਟ ਰੂਪ 'ਚ ਬੇਨਤੀ ਕਰਦੇ ਹਾਂ ਵੀ ਸਾਰੀਆਂ ਇੱਕ ਹੋ ਕੇ ਤੇ ਉਸ ਜਿਹੜੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਡਿਬਰੂਗੜ੍ਹ ਭੇਜਿਆ, ਜਿਹੜੇ ਮੁੱਖ ਮੰਤਰੀ ਪੰਜਾਬ ਦਾ, ਉਹਦੇ ਤੱਕ ਆਵਾਜ਼ ਪਹੁੰਚਾਓ। ਜੇ ਉਹਦੇ ਤੱਕ ਆਵਾਜ਼ ਪਹੁੰਚਾਓਗੇ ਤੇ ਤੁਹਾਡੀ ਫੇਰ ਹੀ ਪੰਜਾਬ ਦੇ ਵਿੱਚ ਕਦਰ ਜਿਹੜੀ ਮੰਨੀ ਜਾਏਗੀ। ਉਹਨਾਂ ਆਗੂਆਂ ਨੂੰ ਸਪਸ਼ਟ ਜਿਹੜੀ ਬੇਨਤੀ ਸਾਨੂੰ ਕਰਨ ਦੀ ਲੋੜ ਹੈ। ਅੱਜ ਵੀ ਬਹੁਤ ਸਾਰੇ ਜਿਹੜੀਆਂ ਜਥੇਬੰਦੀਆਂ ਨਾਲ ਜੁੜੇ ਹੋਏ ਮੈਂਬਰ ਸਾਹਿਬਾਨ ਉਹਨਾਂ ਦੇ ਪਹੁੰਚ ਰਹੇ ਨੇ, ਤੇ ਮੈਂ ਵੇਖ ਰਿਹਾ ਸੀ ਵੀ ਉੱਥੇ ਵੱਖ-ਵੱਖ ਜਿਹੜੇ ਵਿਦਵਾਨ ਸੱਜਣ ਜਿਹੜੇ ਬੋਲ ਰਹੇ ਸਨ, ਮੈਂਬਰ ਸਨ, ਜਿਹੜੇ ਪਹਿਲਾਂ ਵੀ ਸੰਘਰਸ਼ ਦੇ ਵਿੱਚ ਲਗਭਗ ਉਹਨਾਂ ਨੇ ਬੜਾ ਵੱਡਾ ਯੋਗਦਾਨ ਜਿਹੜਾ ਪਾਇਆ, ਤੇ ਅੱਜ ਉਹ ਇੱਥੇ ਬੈਠ ਰਹੇ ਨੇ। ਪਰ ਇਹ ਸਮੁੱਚੇ ਮੋਰਚੇ ਦੀ ਸਫਲਤਾ ਤਾਂ ਹੈ ਜਿਹੜੀ ਆਪਾਂ ਪਹਿਲਾਂ ਵੀ ਸਟੇਜ 'ਤੇ ਵੀ ਗੱਲ ਕਰਕੇ ਆਏ ਹਾਂ ਵੀ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ, ਭਾਵੇਂ ਕੋਈ ਕਾਲੀ ਪੱਗ ਬੰਨ੍ਹਦਾ, ਭਾਵੇਂ ਕੋਈ ਭਾਵੇਂ ਕੋਈ ਨੀਲੀ ਪੀਲੀ ਚਿੱਟੀ ਜਿਸ ਤਰ੍ਹਾਂ ਦੀ ਵੀ ਪੱਗ ਬੰਨ੍ਹਦਾ ਸਿਰ 'ਤੇ, ਹੁਣ ਇਹ ਨਾ ਵੀ ਪੱਗ ਵੇਖ ਕੇ ਹੀ ਆਪਾਂ ਪਰੇ ਹੋ ਜਾਂਦੇ ਵੀ ਇਹ ਮਿਸ਼ਨਰੀ ਆ ਗਿਆ ਜਾਂ ਇਹ ਟਕਸਾਲੀ ਆ ਗਿਆ ਜਾਂ ਇਹ ਅਖੰਡ ਕੀਰਤਨੀ ਆ ਗਿਆ। ਉਸ ਵਖਰੇਵਿਆਂ ਨੂੰ, ਉਸ ਵਿਚਾਰ ਨੂੰ ਪਰੇ ਰੱਖ ਕੇ ਸਾਰੇ ਇਸ ਮਿਸ਼ਨ 'ਤੇ ਜਿਹੜਾ ਕੰਮ ਕਰਨਾ ਸ਼ੁਰੂ ਕਰੀਏ ਵੀ ਆਪਾਂ ਸਮੂਹ ਬੰਦੀ ਸਿੰਘਾਂ ਨੂੰ, ਨਵੇਂ ਤੇ ਪੁਰਾਣੇ, ਸਭ ਕਰਾਉਣਾ ਹੈ। ਕਿਉਂਕਿ ਪੰਜਾਬ ਦੇ ਪੁੱਤ ਨੇ, ਪੰਥ ਦੇ ਪੁੱਤ ਨੇ, ਪੰਜਾਬ ਵਾਲੇ ਨੇ, ਪੰਥ ਦੀ ਗੱਲ ਕਰਨ ਵਾਲੇ ਨੇ, ਉਹਨਾਂ ਨੂੰ ਅਸੀਂ ਰਿਹਾ ਕਰਾਉਣਾ, ਆਜ਼ਾਦ ਕਰਾਉਣਾ। ਤੇ ਜਦੋਂ ਆਪਾਂ ਇਸ ਕੰਮ ਤੇ ਇਸ ਕਾਰਜ ਤੇ ਕੰਮ ਕਰਾਂਗੇ, ਮਿਲ ਕੇ ਇਕਜੁੱਟ ਹੋ ਕੇ ਕੰਮ ਕਰਾਂਗੇ ਤੇ ਮੋਰਚਾ ਸਫਲ ਹੋ ਜਾਏਗਾ। ਪਰ ਉਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਵੀ ਫਲਾਣੇ ਨੇ ਫਲਾਣੀ ਜਗ੍ਹਾ ਮੋਰਚਾ ਲਾਇਆ, ਫਲਾਣੇ ਨੇ ਸਾਰੀਆਂ ਮੰਗਾਂ ਇੱਕੋ ਜਗ੍ਹਾ ਰੱਖੋ, ਇੱਕੋ ਜਗ੍ਹਾ ਮੋਰਚਾ ਲਾਓ। ਆਪਣੇ ਆਪ ਉੱਥੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਸੱਦੋ, ਉਹਨੂੰ ਬੁਲਾਓ ਵੀ ਆਣ ਕੇ ਬੈਠ ਕੇ ਸਾਡੇ ਨਾਲ ਚਰਚਾ ਕਰ, ਆਪਣੀ ਟੀਮ ਬਣਾਓ। ਜੇ ਮੁੱਖ ਮੰਤਰੀ ਨਹੀਂ ਆਉਂਦਾ ਤੇ ਉਹ ਉੱਥੇ
ਉਹ ਜਿਹੜਾ ਯਾਦ ਰੱਖੋ ਉਹਦਾ ਦਫ਼ਤਰ ਹੈ ਜਿੱਥੇ ਮੁੱਖ ਮੰਤਰੀ ਬੈਠਦਾ ਹੈ, ਉੱਥੋਂ ਦਾ ਘਰਾਓ ਕੀਤਾ ਜਾਏ ਤੇ ਉੱਥੇ ਜਾ ਕੇ ਜਿਹੜੀ ਆ ਇਹ ਆਵਾਜ਼ ਨੂੰ ਜਿਹੜਾ ਪਹੁੰਚਾਇਆ ਜਾਏ। ਇਸ ਤਰ੍ਹਾਂ ਨਹੀਂ ਕਿ ਅਸੀਂ ਇੱਕ ਜਗ੍ਹਾ ਬੈਠੇ ਆ, ਇਹ ਮੋਰਚਾ ਚੱਲ ਰਿਹਾ ਹੈ, ਇਸ ਤਰ੍ਹਾਂ ਸਫਲ ਨਹੀਂ ਹੋਣੀ ਜਿੰਨੀ ਦੇਰ ਤੱਕ ਅਸੀਂ ਇਕਜੁੱਟ ਨਹੀਂ ਹੁੰਦੇ। ਇਸ ਕਰਕੇ ਇਹ ਸੁਨੇਹਾ ਹੈ ਜਿਹੜੇ ਵੀ ਨੌਜਵਾਨ ਵੀਰ ਸੱਜਣ, ਚਾਹੇ ਉਹ ਜੰਮੂ ਕਸ਼ਮੀਰ ਦੀ ਧਰਤੀ ਵਾਲੇ ਵੇਖ ਰਹੇ ਆ, ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਿਛਲੇ 8 ਸਾਲ ਤੋਂ ਅਸੀਂ ਪ੍ਰਚਾਰ ਦੀ ਸੇਵਾ ਤੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜ਼ਰੂਰ ਵੱਧ ਤੋਂ ਵੱਧ ਹਮਲਾ ਮਾਰੀਏ, ਇਕਜੁੱਟ ਹੋਈਏ, ਪੰਥ ਕੌਮ ਦੀ ਗੱਲ ਜਿਹੜਾ ਵਾ ਉਹਨੂੰ ਲੈ ਕੇ ਆਪਾਂ ਤੁਰੀਏ। ਸੰਘਰਸ਼ ਜਿਹੜਾ ਵਾ ਉਹਨੂੰ ਸਫਲ ਕਰਨ ਵਾਸਤੇ ਸਾਡੇ ਬਹੁਤ ਸਾਡੀਆਂ ਯਾਦ ਰੱਖੋ ਮਾਈਆਂ ਬੀਬੀਆਂ ਜਿਹੜੀਆਂ ਅੱਜ ਭੁੱਖ ਹੜਤਾਲ ਤੇ ਬੈਠੀਆਂ ਨੇ, ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਮੂਹ ਜਿੰਨੇ ਵੀ ਬੰਦੀ ਸਿੰਘ ਨੇ, ਉਹਨਾਂ ਦੀਆਂ ਮਾਤਾਵਾਂ ਜਿਹੜੀਆਂ ਨੇ ਉਹ ਭੁੱਖ ਹੜਤਾਲ ਤੇ ਬੈਠੀਆਂ ਨੇ ਤੇ ਇਕਜੁੱਟ ਹੋ ਕੇ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਤਮਾਮ ਸਾਰੇ ਨੌਜਵਾਨ ਜਿਹੜੇ ਇਸ ਲੱਗੇ ਹੋਏ ਮੋਰਚੇ ਦੇ ਵਿੱਚ ਪੁੱਜੇ ਨੇ, ਭੁੱਖ ਹੜਤਾਲ ਤੇ ਨੇ, ਉਹ ਪੀੜਤ ਪਰਿਵਾਰ, ਪੀੜਤ ਨੌਜਵਾਨ, ਤਾਂ ਦੇਖਣਾ ਹੋਵੇਗਾ ਕਿ ਸਰਕਾਰ ਦੇ ਨਾਲ ਕਦੋਂ ਕਿਹੜੀਆਂ ਚੀਜ਼ਾਂ ਦੇ ਬਾਬਤ ਵਾਰਤਾਲਾਪ ਹੋ ਸਕਦਾ ਹੈ, ਅੱਗੇ ਦੀ ਰੂਪਰੇਖਾ ਕੀ ਹੋ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।